ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੀ ਰਹਿਣ ਵਾਲੀ ਮਨਦੀਪ ਕੌਰ ਇਨੀ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ਦਾ ਵਿਸ਼ਾ ਹੈ ਉਸ ਦਾ ਸਰੂਪ। ਮਨਦੀਪ ਕੌਰ ਹੈ ਤਾਂ ਲੜਕੀ, ਪਰ ਉਸ ਦਾ ਰਹਿਣ ਸਹਿਣ ਮਰਦਾਂ ਵਾਲਾ ਹੈ। ਉਸ ਦੇ ਸ਼ੌਂਕ ਕੰਮ ਕਰਨ ਦਾ ਢੰਗ ਤੇ ਰਹਿਣ ਸਹਿਣ ਸਿੰਘਾਂ ਵਾਲਾ ਹੀ ਹੈ। ਜੋ ਮਨਦੀਪ ਕੌਰ ਨੂੰ ਨਹੀਂ ਜਾਣਦਾ ਉਹ ਇਹ ਮੰਨ ਹੀ ਨਹੀਂ ਸਕਦਾ ਕਿ ਇਹ ਇੱਕ ਲੜਕੀ ਹੈ। ਮਨਦੀਪ ਅਤੇ ਉਸ ਦਾ ਭਰਾ ਇਕੱਠੇ ਹੀ ਖੇਤੀ ਦਾ ਕੰਮ ਕਰਦੇ ਨੇ, ਇਕੱਠੇ ਮੰਡੀ ਜਾਂਦੇ ਨੇ ਅਤੇ ਮਨਦੀਪ ਕੌਰ ਨੂੰ ਬੁਲਟ ਚਲਾਉਣ ਦਾ ਵੀ ਕਾਫੀ ਸ਼ੌਂਕ ਹੈ। ਮਨਦੀਪ ਕੌਰ ਦਾ ਕਹਿਣਾ ਹੈ ਕਿ 2012 ਚ ਉਸ ਦਾ ਵਿਆਹ ਹੋਣ ਵਾਲਾ ਸੀ, ਪਰ ਲੜਕੇ ਵਾਲਿਆਂ ਨੇ ਉਸ ਦੇ ਚਿਹਰੇ ਤੇ ਦਾੜੀ ਮੁੱਛ ਤੇ ਸਵਾਲ ਖੜੇ ਕੀਤੇ ਤਾਂ ਰਿਸ਼ਤਾ ਤੋੜ ਦਿੱਤਾ ਗਿਆ। ਇਸ ਤੋਂ ਬਾਅਦ ਮਨਦੀਪ ਕੌਰ ਨੇ ਇਸੇ ਰੂਪ ਨੂੰ ਅਪਣਾ ਲਿਆ, ਅੰਮ੍ਰਿਤ ਛਕਿਆ, ਬ੍ਰਹਮ ਗਿਆਨ ਦੀ ਪੜ੍ਹਾਈ ਕੀਤੀ ਤੇ ਹੁਣ ਆਪਣਾ ਸਰੂਪ ਇਹੋ ਬਣਾ ਲਿਆ ਕਿ ਹੁਣ ਉਹ ਮਨਦੀਪ ਕੌਰ ਤਾਂ ਹੈ ਪਰ ਕਿਸੇ ਸਿੰਘ ਤੋਂ ਘੱਟ ਨਹੀਂ। ਮਨਦੀਪ ਦੇ ਕੰਮ ਵੀ ਸਿੰਘਾਂ ਵਾਲੇ ਹੀ ਨੇ। ਕੰਮ ਕਰਨ ਦਾ ਤੌਰ ਤਰੀਕਾ, ਪਹਿਰਾਵਾ, ਰਹਿਣ ਸਹਿਣ ਸਭ ਕੁਝ ਸਿੰਘਾਂ ਵਾਲਾ ਹੈ। ਮਨਦੀਪ ਦਾ ਕਹਿਣਾ ਹੈ ਕਿ ਹੁਣ ਉਸ ਤੇ ਗੁਰੂ ਸਾਹਿਬ ਦੀ ਮਿਹਰ ਹੈ। ਕੇਸਾਂ ਦੀ ਬੇਅਦਬੀ ਤੋਂ ਵੱਡਾ ਕੋਈ ਵੀ ਅਪਰਾਧ ਨਹੀਂ ਜੋ ਕਰਨਾ ਨਹੀਂ ਚਾਹੁੰਦੀ। ਉਸ ਦਾ ਇਹੀ ਰੂਪ ਅੱਜ ਉਸ ਦੀ ਇੱਕ ਵੱਡੀ ਤਾਕਤ ਬਣਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਦੀਪ ਕੌਰ, ਮੈਂ ਲੁਧਿਆਣੇ ਤੋਂ ਹਾਂ। ਮੈਂ ਆਪਣੇ ਰੂਪ ਨੂੰ ਲੈ ਕੇ ਅੱਜ ਤੁਹਾਡੇ ਸਾਰਿਆਂ ਅੱਗੇ ਪੇਸ਼ ਹੋਈ ਹਾਂ ਕਿ ਅੱਜ ਸਿੱਖੀ ਸਰੂਪ ਨੂੰ ਸਾਰੇ ਜਣੇ ਪਿਆਰ ਕਰੋ। ਆਪਣੇ ਜੋ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਸਭ ਤੋਂ ਵੱਡੀ ਕ੍ਰੈਤ ਇਹੀ ਹੈ ਕਿ ਅਸੀਂ ਜੇ ਆਪਣੇ ਕੇਸਾਂ ਦੀ ਬੇਅਦਬੀ ਕਰਾਂਗੇ, ਕੇਸਾਂ ਦੀ ਬੇਅਦਬੀ ਜਿਵੇਂ ਅੱਜ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਵੀ ਜਾਨੀ ਕੇਸਾਂ ਨੂੰ ਰੰਗਣਾ ਜਾਂ ਕੇਸਾਂ ਦੀ ਬੇਅਦਬੀ ਕਰ ਰਹੇ ਨੇ, ਉਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ। ਮੈਂ ਆਪਣੇ ਵੀਰ ਨਾਲ ਆਪਣੇ ਪਰਿਵਾਰ ਦੇ ਵਿੱਚ ਰਹਿ ਰਹੀ ਹਾਂ। ਸਵੇਰ ਦੇ ਅੰਮ੍ਰਿਤ ਵੇਲੇ ਦੇ ਸਿਮਰਨ ਅਭਿਆਸ ਤੋਂ ਬਾਅਦ ਸਾਡਾ ਕਿਰਤ ਦਾ ਕੰਮ ਸ਼ੁਰੂ ਹੋ ਜਾਂਦਾ। ਆਪਣੇ ਵੀਰ ਦੇ ਨਾਲ ਮੈਂ ਡਰਾਈਵਿੰਗ ਕਰਦੀ ਹਾਂ, ਗੱਡੀ ਚਲਾਈ ਦੀ ਆ, ਮੰਡੀ ਦਾ ਜਾਈਦਾ। ਆਪਣਾ 2012 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਅਤੇ ਉੱਥੇ ਮੇਨ ਮੁੱਦਾ ਇਹੀ ਰੱਖਿਆ ਗਿਆ ਕਿ ਹਲਕੇ ਹਲਕੇ ਬਾਲ ਆਉਂਦੇ ਸੀ ਕਿ ਅਸੀਂ ਅੱਗੇ ਨਹੀਂ ਜੀਵਨ ਸ਼ੁਰੂ ਕਰ ਸਕਦੇ, ਕਿ ਬੱਚਿਆਂ ਦੇ ਅੱਗੇ ਬਾਲ ਆਉਣਗੇ। ਉਹਨਾਂ ਨੇ ਇਸ ਚੀਜ਼ ਨੂੰ ਮੈਨੂੰ ਨਕਾਰਿਆ, ਪਰ ਮੈਂ ਇਸ ਚੀਜ਼ ਨੂੰ ਅਪਣਾਇਆ ਕਿ ਜੋ ਰੂਪ ਮਹਾਰਾਜ ਨੇ ਮੈਨੂੰ ਬਖਸ਼ਿਆ ਅਤੇ ਮੈਂ ਉਹਦੇ 'ਤੇ ਮਾਣ ਕਰਦੀ ਹਾਂ। ਮੇਰੇ ਵੀਰ ਨੇ ਮੈਨੂੰ ਅੰਮ੍ਰਿਤ ਛਕਣ ਲਈ ਕਿਹਾ, ਉਹ ਸਭ ਤੋਂ ਵੱਡੀ ਸਪੋਰਟ ਮੇਰੀ ਉਹੀ ਨੇ। ਅਤੇ ਅੱਜ ਇਸ ਰੂਪ ਨੂੰ ਮੇਰੇ ਨੂੰ ਬਹੁਤ ਪਿਆਰ ਮਿਲ ਰਿਹਾ, ਸਤਿਕਾਰ ਹੋ ਰਿਹਾ। ਜਿੱਥੇ ਵੀ ਜਾਈਦਾ ਸਾਰੇ ਪਿਆਰ ਕਰਦੇ ਨੇ ਅਤੇ ਅੱਜ ਮੈਂ ਆਪਣਾ ਬਹੁਤ ਵਧੀਆ ਜੀਵਨ ਬਤੀਤ ਕਰ ਰਹੀ ਹਾਂ। ਅਤੇ ਸਾਰਿਆਂ ਨੂੰ ਮੇਰਾ ਇਹੀ ਸੁਨੇਹਾ ਕਿ ਕਦੇ ਵੀ ਕੇਸਾਂ ਦੀ ਬੇਅਦਬੀ ਨਾ ਕਰੋ, ਸਿੱਖੀ ਵੱਲ ਆਓ। ਜੇ ਅਸੀਂ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮਾਂ ਦੇ ਵਿੱਚ ਜਾਵਾਂਗੇ, ਉੱਥੇ ਸਾਨੂੰ ਪਿਆਰ ਨਹੀਂ ਮਿਲਣਾ ਜੋ ਸਾਡੇ ਗੁਰੂ ਨੇ ਸਾਨੂੰ ਪਿਆਰ ਕਰਨਾ। ਸੋ ਇੰਨਾ ਹੀ ਮੈਂ ਕਹਿਣਾ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਚਾਓ ਮੋਗਾ ਰੋਲੀ ਰੋਡ ਰਹਿ ਕੇ ਮੈਂ ਆਪਣਾ 3 ਸਾਲ ਦਾ ਸਮਾਂ ਉੱਥੇ ਬਤੀਤ ਕੀਤਾ ਅਤੇ ਜੀਵਨ ਦੀ ਜਾਂਚ ਸਿੱਖੀ ਕਿ ਅਸੀਂ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ, ਕਿਵੇਂ ਅਸੀਂ ਇੱਥੇ ਰਹਿ ਕੇ ਆਪਣਾ ਜੋ ਅਸੀਂ ਜੀਵਨ ਨੂੰ ਜਿੱਤ ਕੇ ਅਸੀਂ ਆਪਣੇ ਘਰ ਵਾਪਸ ਜਾਣਾ। ਮਹਾਰਾਜ ਫਰਮਾਉਣਾ ਕਰਦੇ ਨੇ, ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹੀ ਸਾਡੀ ਵਾਰੀ ਹੈ। ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਅਤੇ ਅਸੀਂ ਇੱਥੇ ਰਹਿੰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਸਿਮਰਨ ਕਰਾਂਗੇ, ਅਭਿਆਸ ਕਰਾਂਗੇ, ਤਾਂ ਉੱਥੇ ਸਾਡਾ ਜੋ ਅਸੀਂ ਆਪਣੇ ਸਵਾਸ ਜਮ੍ਹਾਂ ਕਰਾਵਾਂਗੇ, ਉਹਦੇ ਬਦਲੇ ਸਾਨੂੰ ਨਾਮ ਦੀ ਦਾਤ ਮਿਲਣੀ ਆ। ਅਤੇ ਫਿਰ ਸਾਡੇ ਮਹਾਰਾਜ ਕਹਿੰਦੇ ਨੇ ਕਿ ਇੱਥੇ ਲੋਕ ਸੁਖੀਏ ਪਰਲੋਕ ਸੁਹੇਲੇ। ਅਤੇ ਅਸੀਂ ਆਪਣਾ ਇੱਥੇ ਕੰਮ ਕਰਦੇ ਕਿਰਤ ਕਰਦੇ ਅਸੀਂ ਆਪਣਾ ਜੋ ਮਨੁੱਖਾ ਜੀਵਨ ਆ, ਅਸੀਂ ਉਹਨੂੰ ਵੀ ਜਿੱਤ ਕੇ ਅਸੀਂ ਸੰਸਾਰ ਤੋਂ ਫਾਨੀ ਹੋਵਾਂਗੇ। ਇਸ ਸਾਰੇ ਕਾਸੇ ਦਾ ਸਿਹਰਾ ਮੈਂ ਆਪਣੇ ਵੀਰਾਂ ਨੂੰ ਦੇਣਾ ਚਾਹੁੰਦੀ ਹਾਂ। ਮੇਰੀ ਬਹੁਤ ਸਪੋਰਟ ਕਰਦੇ ਆ। ਜ਼ਿੰਦਗੀ ਬਹੁਤ ਸੋਹਣੀ ਬਤੀਤ ਹੋ ਰਹੀ ਹੈ ਅਤੇ ਮਹਾਰਾਜ ਅੱਗੇ ਵੀ ਇਸੇ ਤਰ੍ਹਾਂ ਕਿਰਪਾ ਰੱਖਣ, ਆਪਣੀ ਮੇਰੇ ਭਰੇ ਹੱਥ ਰੱਖਣ ਅਤੇ ਇਸੇ ਤਰ੍ਹਾਂ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਦੇ ਭਰਾ ਦਾ ਕਹਿਣਾ ਹੈ ਕਿ ਉਸਨੇ ਕਦੇ ਵੀ ਛੋਟੀ ਭੈਣ ਜਾਂ ਭਰਾ ਦੀ ਕਮੀ ਮਹਿਸੂਸ ਹੋਣ ਨਹੀਂ ਦਿੱਤੀ। ਹਰ ਥਾਂ ਤੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਉਸ ਨਾਲ ਖੇਤਾਂ 'ਚ ਕੰਮ ਵੀ ਕਰਦੀ ਹੈ ਤੇ ਮੰਡੀ ਵੀ ਜਾਂਦੀ ਹੈ। ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਸਹਾਰਾ ਬਣਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨਦੀਪ ਮੇਰੀ ਭੈਣ ਜੋ ਮੇਰੇ ਨਾਲ ਅੱਜ
ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਤੁਰਦੀ ਹੈ ਅਤੇ ਮੇਰੇ ਸਾਰੇ ਘਰ ਦੇ ਕੰਮ ਮੇਰੇ ਨਾਲ ਬਣਾਉਂਦੀ ਹੈ। ਅਤੇ ਜਿਵੇਂ ਕਿ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਵੀ ਭਰਾਵਾਂ ਵਾਲੀ ਕਮੀ, ਭੈਣਾਂ ਵਾਲੀ ਕਮੀ ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤੀ। ਮੋਟਰਸਾਈਕਲ ਚਲਾਉਣਾ ਉਸਦਾ, ਗੱਡੀ ਚਲਾਉਣੀ ਤੇ ਹੋਰ ਬਹੁਤ ਇਹੋ ਜਿਹੇ ਘਰ ਦੇ ਕੰਮ ਨੇ ਜੋ ਮੇਰੇ ਨਾਲ ਹੱਥ ਵਟਾਉਂਦੀ ਹੈ। ਅਤੇ ਮੈਂ ਵੀ ਇਹਨੂੰ ਕਦੇ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਕਿਸੇ ਵੀ ਚੀਜ਼ ਦੀ। ਹਰ ਵਾਰ ਇਹਨੂੰ ਬਸ ਮੈਂ ਹੌਸਲਾ ਹੀ ਦਿੱਤਾ ਹੈ ਵੀ ਮਨਦੀਪ ਤੂੰ ਇਹ ਕਰ ਸਕਦੀ ਹੈ, ਇਹ ਤੂੰ ਕਰ ਸਕਦੀ ਹੈ, ਮੈਂ ਤੇਰੇ ਨਾਲ ਹਾਂ। ਅਗਰ ਕੋਈ ਵੀ ਤੈਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਮੈਂ ਤੇਰੇ ਨਾਲ ਖੜਾ ਹਾਂ ਭਰਾ। ਅਤੇ ਜੋ ਇਹਨੇ ਜੀਵਨ ਦੀ ਸੋਝੀ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਤੇ ਬ੍ਰਹਮ ਗਿਆਨ ਕੇਂਦਰ ਯੂਨੀਵਰਸਿਟੀ ਮੋਗੇ ਦੇ ਵਿੱਚ 4 ਸਾਲ ਇਹਨੇ ਲਾਏ ਪ੍ਰਭ ਮਿਲਨੇ ਕਾ ਚਾਓ। ਸੋ ਇਹਨੂੰ ਗਿਆਨ ਵੀ ਹੈ ਅਤੇ ਸਮੱਤ ਵੀ ਹੈ ਤੇ ਹਰ ਵਾਰ ਸਵਾਸ ਗ੍ਰਾਸ ਸਿਮਰਨ ਕਰਨਾ ਤੇ ਪਰਿਵਾਰ ਨੂੰ ਜੋੜੀ ਰੱਖਣਾ ਇਹਦਾ ਮੁੱਢਲਾ ਫਰਜ਼ ਬਣਿਆ ਹੈ। ਤੇ ਮੈਂ ਇਹੀ ਕਹਿੰਦਾ ਹੈ ਵੀ ਇਹ ਮੇਰੀ ਭੈਣ ਨਹੀਂ, ਇਹ ਮੇਰਾ ਭਰਾ ਹੈ। ਮੈਨੂੰ ਬਹੁਤ ਬਹੁਤ ਮਾਣ ਹੈ ਆਪਣੇ ਤੇ ਵੀ ਮੈਂ ਇਸ ਮਨਦੀਪ ਦਾ ਭਰਾ ਹਾਂ। ਅਤੇ ਕਦੇ ਵੀ ਮੈਨੂੰ ਕਿਤੇ ਮੇਰਾ ਹੌਸਲਾ ਟੁੱਟਦਾ ਹੈ ਜਾਂ ਕਿਤੇ ਮੈਨੂੰ ਕੋਈ ਪਰੇਸ਼ਾਨੀ ਆਉਂਦੀ ਆ, ਮੈਨੂੰ ਇਹਨੇ ਬਹੁਤ ਹੌਸਲਾ ਦੇਣਾ, ਮੇਰੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਸਾਥ ਦੇਣਾ। ਅਤੇ ਮੈਂ ਆਪਣੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਹਾਂ। ਮੈਂ ਵੀ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਾਲ ਨਿਭਾ ਰਿਹਾ ਹਾਂ। ਮੈਂ ਵੀ ਪਹਿਲਾਂ ਸਿੱਖੀ ਸਰੂਪ ਤੋਂ ਆਉਣ ਤੋਂ ਪਹਿਲਾਂ ਮੈਂ ਅਣਜਾਣ ਸੀ, ਮੈਨੂੰ ਨਹੀਂ ਸੀ ਪਤਾ ਸਿੱਖੀ ਬਾਰੇ। ਅਤੇ ਜਦੋਂ ਮੈਨੂੰ ਸਿੱਖ ਇਤਿਹਾਸ ਦਾ ਪਤਾ ਲੱਗਿਆ ਤੇ ਮੈਂ ਸਿੱਖ ਇਤਿਹਾਸ ਦੇ ਪਤਾ ਹੋਣ ਤੋਂ ਬਾਅਦ ਤੇ ਮੈਂ ਦਾੜੀ ਕੇਸ ਕਟਾਉਂਦਾ ਸੀਗਾ ਤੇ ਮੋਨਾ ਸੀ, ਮੈਨੂੰ ਸਮੱਤ ਨਹੀਂ ਸੀ ਕਿਸੇ ਵੀ ਚੀਜ਼ ਦੀ। ਤੇ ਆਪਣੇ ਯਾਰਾਂ ਦੋਸਤਾਂ ਨਾਲ ਹੁੱਲੜਬਾਜ਼ੀਆਂ ਕਰਨੀਆਂ, ਲੜਨਾ, ਗਾਲੀ ਗਲੋਚ ਕਰਨਾ। ਤੇ ਮੈਨੂੰ ਨਹੀਂ ਸੀ ਪਤਾ ਵੀ ਸਿੱਖ ਧਰਮ ਇੱਕ ਸੋਝੀ ਵੀ ਦਿੰਦਾ ਹੈ, ਜੋ ਸੋਝੀ ਲੈ ਕੇ ਗੁਰੂ ਸਾਹਿਬ ਨੇ ਮੈਨੂੰ ਇਹ ਬਾਣਾ ਸਿੱਖੀ ਸਰੂਪ ਬਖਸ਼ਿਆ। ਸੇ ਮੈਂ ਇਹੀ ਬਾਣੇ ਦੇ ਨਾਲ ਅੱਜ ਸੰਸਾਰ ਦੇ ਵਿੱਚ ਮੇਰੀ ਸੋਭਾ, ਇੱਜ਼ਤ, ਮਾਣ ਬਣਿਆ ਹੋਇਆ ਹੈ। ਮੈਂ ਸਾਰੇ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਇਹ ਕਹਿੰਦਾ ਤੁਸੀਂ ਆਪਣੇ ਸਿੱਖੀ ਸਰੂਪ ਨਾਲ ਜੁੜੋ। ਜਿਵੇਂ ਕਿ ਮੇਰੀ ਭੈਣ ਨੇ ਅੱਜ ਦਾੜਾ ਪ੍ਰਕਾਸ਼ ਕੀਤਾ ਹੈ, ਉਸਨੇ ਕਦੇ ਇਹ ਨਹੀਂ ਆਪਣੇ ਆਪ ਨੂੰ ਸ਼ਰਮ ਮੰਨੀ ਵੀ ਮੇਰੇ ਦਾੜੀ ਆਉਂਦੀ ਆ ਵੀ ਮੈਨੂੰ ਲੋਕ ਕੀ ਕਹਿਣਗੇ। ਨਹੀਂ, ਇਸਨੇ ਆਪਣੀ ਸੋਚ ਨੂੰ ਇੱਕ ਉੱਪਰਲਾ ਜੀਵਨ ਦਿੱਤਾ ਕਿ ਉਸ ਜੋ ਸੋਚ ਨੂੰ ਲੈ ਕੇ ਅੱਜ ਇਹ ਤੁਰੀ ਹੈ ਤਾਂ ਇਸ ਦਾ ਮਾਣ, ਸਨਮਾਨ, ਇੱਜ਼ਤ, ਬਹੁਤ ਪਿਆਰ ਮਿਲਦਾ ਹੈ। ਤੇ ਜਦੋਂ ਵੀ ਇਹਨੇ ਕਿਤੇ ਜਾਣਾ, ਰਾਸਤੇ ਦੇ ਵਿੱਚ ਮਿਲਣਾ ਤਾਂ ਕਈ ਗੁਰਮੁਖਾਂ ਨੂੰ ਜਾਂ ਭੈਣਾਂ ਨੂੰ ਐਂ ਲੱਗਣਾ ਵੀ ਕਿਤੇ ਇਹ ਲੜਕਾ ਹੀ ਜਾ ਰਿਹਾ ਹੈ। ਤੇ ਜਦੋਂ ਦੱਸਣਾ ਕਰਨਾ, ਮੇਰੇ ਨਾਲ ਜਾਣਾ ਤਾਂ ਇਹਨਾਂ ਨੂੰ ਬੜਾ ਮਹਿਸੂਸ ਹੁੰਦਾ ਯਾਰ ਮੈਂ ਕਹਿਣਾ ਵੀ ਇਹ ਮੇਰੀ ਸਿਸਟਰ ਆ। ਤੇ ਪਹਿਲਾਂ ਤਾਂ ਝੋਕਾ ਲੱਗ ਜਾਣਾ ਵੀ ਤੁਸੀਂ ਝੂਠ ਬੋਲਦੇ ਹੋ। ਤੇ ਜਦੋਂ ਇਹਨੇ ਆਪਣੀ ਆਵਾਜ਼ ਦੇ ਵਿੱਚ ਗੱਲ ਕਰਨੀ ਜਾਂ ਉਸ ਸਿਦਕ ਦੇ ਨਾਲ ਗੱਲ ਕਰਨੀ ਤਾਂ ਬੜਾ ਜਾਣੀ ਕਿ ਦੂਸਰਿਆਂ ਨੂੰ ਵੀ ਇਸ ਚੀਜ਼ ਦਾ ਉਹ ਹੌਸਲਾ ਮਿਲਦਾ ਸੀਗਾ ਵੀ ਹਾਂ ਵਾਕਈ ਕੋਈ ਕੁੜੀ ਨੇ ਇੱਕ ਵਧੀਆ ਜਾਣੀ ਕਿ ਆਪਣਾ ਜੀਵਨ ਬਣਾਇਆ ਹੈ। ਸੋ ਮੈਂ ਅੱਗੇ ਵੀ ਇਹੀ ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਕਰਦਾ ਤੁਸੀਂ ਸਿੱਖੀ ਸਰੂਪ ਦੇ ਵਿੱਚ ਆਓ। ਜੋ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਬਾਣਾ ਸਤਿਕਾਰ ਬਖਸ਼ਿਆ ਹੈ, ਆਪਾਂ ਉਸ ਦੀ ਇੱਜ਼ਤ ਕਰੀਏ, ਰੋਮ ਰੋਮ ਨਾ ਕਟਵਾਈਏ। ਵੀਰਾਂ ਨੂੰ ਤੇ ਭਰਾਵਾਂ ਨੂੰ ਇਹੀ ਮੇਰੀ ਗੁਜ਼ਾਰਿਸ਼ ਹੈ। ਸੋ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਪੰਗਤੀਆਂ ਨਾਲ ਸ਼ਿੰਗਾਰਿਆ ਹੈ। ਅਸੀਂ ਤਹਿ ਦਿਲੋਂ ਲੁਧਿਆਣਾ ਟੀਮ ਦਾ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਸਾਨੂੰ ਇੱਕ ਸਾਡੀ ਸੋਚ ਨੂੰ ਅੱਗੇ ਲੈ ਕੇ ਆਂਦਾ, ਸਾਡੀ ਵਿਚਾਰ ਨੂੰ ਅੱਗੇ ਰੱਖਿਆ ਤੁਹਾਡੇ ਅੱਗੇ। ਹੋ ਸਕਦਾ ਮੇਰੀ ਭੈਣ ਦਾ ਜੀਵਨ ਦੇਖ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਸੁਧਾਰ ਆ ਜਾਣਗੇ ਮੈਨੂੰ ਨਹੀਂ ਸੀ ਪਤਾ। ਜਦ ਮੈਂ ਵੀ ਸਿੱਖੀ ਸਰੂਪ ਦੇ ਵਿੱਚ ਆਇਆ ਤਾਂ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਬੜਾ ਕਹਿਣਾ ਵੀ ਤਨਵੀਰ ਤੂੰ ਇੱਦਾਂ ਕਿਵੇਂ ਚੇਂਜ ਆ ਗਿਆ ਤੇਰੇ ਵਿੱਚ, ਇਹ ਕਿੱਦਾਂ, ਇਹ ਮੈਂ ਪੋਸੀਬਲ ਆ, ਮੈਨੂੰ ਸਮਝ ਨਹੀਂ ਲੱਗੀ। ਤੇ ਮੈਂ ਵੀ ਸਮਝਾਉਣਾ ਕਰਨਾ ਕੀਤਾ ਉਹਨਾਂ ਨੂੰ ਵੀ ਇਹ ਤਾਂ ਜਦੋਂ ਆਪਾਂ ਇਸ ਸਰੂਪ ਦੇ ਵਿੱਚ ਬਾਣੇ ਚਾਹਾਂਗੇ ਜੋ ਆਨੰਦ ਸਤਿਕਾਰ ਜੋ ਸਾਨੂੰ ਮਿਲਦਾ ਹੈ ਇਹ ਲੱਖੀ ਕਰੋੜੀ ਚਾਹੇ ਆਪਣੇ ਕੋਲੇ ਹੋਵੇ ਇੱਕ ਪਾਸੇ ਰੱਖ ਦਿਓ। ਤੇ ਜੋ ਮਾਣ ਸਨਮਾਨ ਚਾਹੇ ਖਾਲੀ ਜੇਬਾਂ ਵਿੱਚ ਚਲੇ ਜਾਓ, ਗੁਰੂ ਸਾਹਿਬ ਨੇ ਆਪਣੀਆਂ ਚੜ੍ਹਦੀਆਂ ਕਲਾਂ ਹੀ ਬਖਸ਼ੀਆਂ ਨੇ, ਚੜ੍ਹਦੀਆਂ ਕਲਾਂ ਹੀ ਰੱਖੀਆਂ ਹਮੇਸ਼ਾ। ਤੇ ਮੈਂ ਆਪਣੇ ਇਹ ਸਿੱਖੀ ਸਰੂਪ ਵਾਲੇ ਬਾਣੇ ਨੂੰ ਬਹੁਤ ਸਤਿਕਾਰ ਕਰਦਾ ਹਾਂ। ਤੇ ਬਾਕੀ ਮੈਂ ਸਾਰਿਆਂ ਨਾਲ ਇਹੀ ਗੁਜ਼ਾਰਿਸ਼ ਕਰਦਾ ਤੁਸੀਂ ਵੀ ਇਸ ਰਾਸਤੇ ਨੂੰ ਅਪਣਾਓ ਅਤੇ ਜੋ ਗੁਰੂ ਸਾਹਿਬ ਨੇ ਆਪਾਂ ਨੂੰ ਬਾਣਾ ਬਖਸ਼ਿਆ ਹੈ ਉਹਦਾ ਸਤਿਕਾਰ ਕਰੋ। ਸੋ ਮੈਂ ਬਹੁਤਾ ਕੁਝ ਕਹਿੰਦਾ ਹੋਇਆ ਸ਼ਮਾ ਦਾ ਜੱਜਗਾ, ਜਾਣੇ ਅਣਜਾਣ ਦੇ ਵਿੱਚ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਦਾਸ ਨੂੰ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।